ਹੈਲੋ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪ੍ਰੀਤ ਐਜੂਕੇਸ਼ਨ ਪੁਆਇੰਟ ਤੇ। ਅੱਜ ਅਸੀਂ ਤੁਹਾਡੇ ਲਈ ਗੁਪਤ ਸਮਰਾਜ ਬਾਰੇ ਵੀਡੀਓ ਲੈ ਕੇ ਹਾਜ਼ਰ ਹਾਂ। ਇਸ ਤੋਂ ਪਹਿਲਾਂ ਅਸੀਂ ਹਿਸਟਰੀ ਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਵੀਡੀਓ ਬਣਾ ਚੁੱਕੇ ਹਾਂ, ਜਿਨ੍ਹਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ। ਲਿੰਕ ਓਪਨ ਕਰਕੇ ਤੁਸੀਂ ਸਾਡੀ ਵੀਡੀਓਜ਼ ਦੇਖ ਸਕਦੇ ਹੋ। ਸਾਡਾ ਅੱਜ ਦਾ ਵਿਸ਼ਾ ਗੁਪਤ ਸਮਰਾਜ ਬਾਰੇ ਹੈ। ਗੁਪਤ ਸਮਰਾਜ ਨੂੰ ਭਾਰਤ ਦਾ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਸਮੇਂ ਭਾਰਤ ਨੇ ਹਰੇਕ ਖੇਤਰ ਦੇ ਵਿੱਚ ਕਾਫੀ ਤਰੱਕੀ ਕੀਤੀ। ਗੁਪਤ ਸਮਰਾਟ ਬਹੁਤ ਸ਼ਕਤੀਸ਼ਾਲੀ ਹੋਏ ਸਨ, ਜਿਨ੍ਹਾਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਅਤੇ ਭਾਰਤ ਦੇ ਇਤਿਹਾਸ ਵਿੱਚ ਇੱਕ ਆਪਣੀ ਵੱਖਰੀ ਛਾਪ ਛੱਡੀ। ਚਲੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ। ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਸਾਡੀ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ। ਚਲੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਗੁਪਤ ਸਮਰਾਜ 300 ਈਸਵੀ ਵਿੱਚ ਕੁਸ਼ਾਨਾਂ ਦੇ ਸ਼ਕਤੀਸ਼ਾਲੀ ਰਾਜ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਕਈ ਛੋਟੇ-ਛੋਟੇ ਸੁਤੰਤਰ ਰਾਜਾਂ ਦੇ ਵਿੱਚ ਵੰਡਿਆ ਗਿਆ। ਗੁਪਤ ਸਮਰਾਜ ਇਹਨਾਂ ਛੋਟੇ ਰਾਜਾਂ ਵਿੱਚੋਂ ਇੱਕ ਸੀ। ਗੁਪਤ ਸਮਰਾਜ ਦਾ ਆਰੰਭ 3 ਸਦੀ ਦੇ ਅੰਤ ਵਿੱਚ ਪ੍ਰਾਗ, ਜੋ ਕਿ ਆਧੁਨਿਕ ਇਲਾਹਾਬਾਦ ਦੇ ਨਾਮ ਨਾਲ ਪ੍ਰਸਿੱਧ ਹੈ, ਨੇੜੇ ਕੌਸੰਬੀ, ਯੂਪੀ ਵਿੱਚ ਹੋਇਆ। ਗੁਪਤ ਸਮਰਾਜ ਦਾ ਸੰਸਥਾਪਕ ਮਹਾਰਾਜਾ ਸ਼੍ਰੀ ਗੁਪਤ ਸੀ, ਜਿਸ ਨੇ ਕਿ 240 ਈਸਵੀ ਤੋਂ 280 ਈਸਵੀ ਤੱਕ ਰਾਜ ਕੀਤਾ। ਸ਼੍ਰੀ ਗੁਪਤ ਦਾ ਉੱਤਰਾਧਿਕਾਰੀ ਘਟੋਤਕਚ ਸੀ, ਜਿਸ ਨੇ ਕਿ 280 ਤੋਂ 320 ਈਸਵੀ ਤੱਕ ਰਾਜ ਕੀਤਾ ਸੀ। ਇਸ ਵੰਸ਼ ਦਾ ਪਹਿਲਾ ਮਹਾਨ ਰਾਜਾ ਚੰਦਰਗੁਪਤ ਪਹਿਲਾ ਸੀ। ਦੋਸਤੋ, ਚੰਦਰਗੁਪਤ ਮੌਰੀਆ ਅਲੱਗ ਸ਼ਾਸਕ ਸੀ ਅਤੇ ਚੰਦਰਗੁਪਤ ਪਹਿਲਾ ਇਹ ਅਲੱਗ ਹੈ। ਤੁਸੀਂ ਇੱਥੇ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਨਾ ਰੱਖਿਓ। ਇਹ ਗੱਲ ਤੁਸੀਂ ਪਲੀਜ਼ ਕਲੀਅਰ ਕਰ ਲਓ ਕਿ ਚੰਦਰਗੁਪਤ ਮੌਰੀਆ ਅਲੱਗ ਸੀ ਅਤੇ ਚੰਦਰਗੁਪਤ ਪਹਿਲਾ ਅਲੱਗ ਸ਼ਾਸਕ ਸੀ। ਚੰਦਰਗੁਪਤ ਪਹਿਲਾ 319 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ। ਉਸਨੇ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕਰਵਾਇਆ ਸੀ। ਇਸ ਨੇ ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਲਿਆ ਸੀ ਅਤੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ। ਚੰਦਰਗੁਪਤ ਪਹਿਲੇ ਨੇ ਮਹਾਰਾਜਾ ਧਿਰਾਜ ਦੀ ਉਪਾਧੀ ਧਾਰਨ ਕੀਤੀ ਸੀ। ਚੰਦਰਗੁਪਤ ਪਹਿਲੇ ਦਾ ਉੱਤਰਾਧਿਕਾਰੀ ਉਸਦਾ ਪੁੱਤਰ ਸਮੁੰਦਰਗੁਪਤ ਸੀ। ਸਮੁੰਦਰਗੁਪਤ ਇਸ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸ਼ਾਸਕ ਮੰਨਿਆ ਜਾਂਦਾ ਹੈ। ਉਸ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਸਫਲਤਾਵਾਂ ਜਾਂ ਜਿੱਤਾਂ ਦਾ ਵਰਣਨ ਉਸ ਦੇ ਰਾਜਕਵੀ ਹਰੀ ਸੇਨ ਨੇ ਇਲਾਹਾਬਾਦ ਪ੍ਰਾਗ ਦੇ ਸਤੰਭ ਲੇਖ ਵਿੱਚ ਕੀਤਾ ਹੈ। ਦੋਸਤੋ, ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸਮੁੰਦਰਗੁਪਤ ਦੀਆਂ ਜਿੱਤਾਂ ਦਾ ਵਰਣਨ ਕਿਸ ਕਵੀ ਨੇ ਅਤੇ ਕਿਸ ਥਾਂ 'ਤੇ ਕੀਤਾ ਹੈ। ਇਹ ਕੁਐਸਚਨ ਪਹਿਲਾਂ PS ਟੈਟ ਦੇ ਵਿੱਚ ਆ ਚੁੱਕਿਆ ਹੈ। ਇਹ ਤੁਸੀਂ ਪਲੀਜ਼ ਨੋਟ ਕਰ ਲਓ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ। ਸਮੁੰਦਰਗੁਪਤ 335 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ। ਇਸ ਨੇ ਆਰੀਆਵਰਤ ਦੇ 8 ਰਾਜਿਆਂ ਨੂੰ ਅਤੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ। ਇਹਨਾਂ ਜਿੱਤਾਂ ਦੇ ਕਾਰਨ ਹੀ ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਵਿਨੇਟ ਸਮਿਥ ਨੇ ਕਿਹਾ ਹੈ। ਦੋਸਤੋ, ਜੇ ਤੁਹਾਨੂੰ ਕੁਐਸਚਨ ਆ ਜਾਵੇ ਵੀ ਭਾਰਤ ਦਾ ਨੈਪੋਲੀਅਨ ਕਿਸ ਸ਼ਾਸਕ ਨੂੰ ਕਿਹਾ ਜਾਂਦਾ ਹੈ, ਤਾਂ ਉਸ ਦਾ ਆਨਸਰ ਹੈ ਸਮੁੰਦਰਗੁਪਤ ਨੂੰ। ਇਹ ਕਿਸ ਨੇ ਕਿਹਾ ਸੀ? ਵਿਨੇਟ ਸਮਿਥ ਨੇ। ਇਹ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਪਲੀਜ਼ ਇਸ ਨੂੰ ਵੀ ਤੁਸੀਂ ਨੋਟ ਕਰ ਲਵੋ। ਸਮੁੰਦਰਗੁਪਤ ਵਿਸ਼ਨੂੰ ਦੇਵਤੇ ਦਾ ਉਪਾਸਕ ਸੀ। ਸਮੁੰਦਰਗੁਪਤ ਨੇ ਅਸ਼ਵਮੇਘ ਕਰਤਾ ਦੀ ਉਪਾਧੀ ਧਾਰਨ ਕੀਤੀ। ਉਹ ਇੱਕ ਸੰਗੀਤ ਪ੍ਰੇਮੀ ਸ਼ਾਸਕ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ ਅਤੇ ਕੁਝ ਸਿੱਕਿਆਂ 'ਤੇ ਸਮੁੰਦਰਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਵੀਣਾ ਦੋਸਤੋ ਇੱਕ ਗਿਟਾਰ ਦੀ ਤਰ੍ਹਾਂ ਸਾਜ਼ ਹੈ। ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ। ਸਮੁੰਦਰਗੁਪਤ ਨੇ ਵਿਕਰਮੰਕ ਦੀ ਉਪਾਧੀ ਧਾਰਨ ਕੀਤੀ। ਇਸ ਨੂੰ ਕਵੀ ਰਾਜ ਵੀ ਕਿਹਾ ਜਾਂਦਾ ਹੈ। ਦੋਸਤੋ, ਸਮੁੰਦਰਗੁਪਤ ਨੂੰ ਕਵੀ ਰਾਜ ਵੀ ਕਿਹਾ ਜਾਂਦਾ ਹੈ। ਚੰਦਰਗੁਪਤ ਦੂਜਾ ਵਿਕਰਮਦਿੱਤਿਆ ਸਮੁੰਦਰਗੁਪਤ ਦਾ ਪੁੱਤਰ ਚੰਦਰਗੁਪਤ ਦੂਜਾ ਸਮੁੰਦਰਗੁਪਤ ਦਾ ਉੱਤਰਾਧਿਕਾਰੀ ਬਣਿਆ। ਉਸ ਨੇ ਲਗਭਗ 380 ਈਸਵੀ ਤੋਂ 412 ਈਸਵੀ ਤੱਕ ਰਾਜ ਕੀਤਾ। ਇਸ ਦੇ ਦਰਬਾਰ ਵਿੱਚ 9 ਰਤਨ ਸਨ। ਉਸ ਦੀ ਸਭ ਤੋਂ ਮਹੱਤਵਪੂਰਨ ਜਿੱਤ ਪੱਛਮੀ ਭਾਰਤ ਦੇ ਸ਼ਕਾਂ ਉੱਤੇ ਸੀ। ਇਸ ਜਿੱਤ ਦੀ ਖੁਸ਼ੀ ਵਿੱਚ ਉਸ ਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਦੋਸਤੋ, ਇਹ ਕੁਐਸਚਨ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਇਸ ਚੀਜ਼ ਨੂੰ ਨੋਟ ਕਰ ਸਕਦੇ ਹੋ ਕਿ ਕਿਸ ਜਿੱਤ ਦੀ ਖੁਸ਼ੀ ਵਿੱਚ ਚੰਦਰਗੁਪਤ ਦੂਜੇ ਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਸਨ। ਉਹ ਹੈ ਸ਼ੱਕਾਂ ਉੱਤੇ ਜਿੱਤ। ਇਸ ਜਿੱਤ ਨਾਲ ਭਾਰਤ ਉੱਤੇ ਵਿਦੇਸ਼ੀ ਰਾਜ ਦਾ ਖਾਤਮਾ ਹੋ ਗਿਆ ਸੀ। ਚੰਦਰਗੁਪਤ ਦੂਜੇ ਨੇ ਸ਼ਕ ਸ਼ਾਸਕ ਰੁਦਰ ਸਿੰਘ ਤੀਜੇ ਨੂੰ ਹਰਾਇਆ ਸੀ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਲੱਗਿਆ ਲੋਹੇ ਦਾ ਵਿਸ਼ਾਲ ਸਤੰਭ ਇਸੇ ਦੁਆਰਾ ਹੀ ਬਣਾਇਆ ਗਿਆ ਸੀ। ਦੋਸਤੋ, ਦਿੱਲੀ ਵਿੱਚ ਜੋ ਕੁਤਬ ਮੀਨਾਰ ਹੈ ਉਸ ਦੇ ਕੋਲ ਇੱਕ ਲੋਹੇ ਦਾ ਵਿਸ਼ਾਲ ਸਤੰਭ ਲੱਗਿਆ ਹੋਇਆ ਹੈ। ਇਹ ਚੰਦਰਗੁਪਤ ਦੂਜੇ ਦੁਆਰਾ ਬਣਾਇਆ ਗਿਆ ਸੀ। ਇਸ ਸਤੰਭ ਉੱਤੇ ਲਿਖੇ ਲੇਖ ਵਿੱਚ ਚੰਦਰਗੁਪਤ ਦੀਆਂ ਸਫਲਤਾਵਾਂ ਦਾ ਵਰਣਨ ਕੀਤਾ ਗਿਆ ਹੈ।
ਇਸ ਲੇਖ ਅਨੁਸਾਰ ਉਸਨੇ ਬੰਗਾਲ ਵਿੱਚ ਰਾਜਿਆਂ ਦੇ ਇੱਕ ਗੁੱਟ ਨੂੰ ਹਰਾਇਆ ਸੀ। ਉਸਨੇ ਸਿੰਧ ਪਾਰ ਕਰਕੇ ਉੱਤਰੀ ਅਫਗਾਨਿਸਤਾਨ ਦੇ ਵਿੱਚ ਬਲਖ ਦੇ ਖੇਤਰ ਨੂੰ ਵੀ ਜਿੱਤਿਆ ਸੀ। ਕੁਝ ਵਿਦਵਾਨਾਂ ਦੇ ਅਨੁਸਾਰ ਉਸਨੇ ਹੂਣਾ ਦੇ ਨਾਲ ਵੀ ਯੁੱਧ ਕੀਤਾ ਹੋਇਆ ਹੋ ਸਕਦਾ ਹੈ ਅਤੇ ਹੂਣਾ ਦੇ ਕਬੀਲੇ ਨੂੰ ਵੀ ਹਰਾਇਆ ਹੋ ਸਕਦਾ ਹੈ। ਉਸਨੇ ਬਹੁਤ ਸਾਰੇ ਤਾਂਬੇ ਦੇ, ਸੋਨੇ ਦੇ ਅਤੇ ਚਾਂਦੀ ਦੇ ਸਿੱਕੇ ਵੀ ਜਾਰੀ ਕੀਤੇ। ਇਹਨਾਂ ਸਿੱਕਿਆਂ ਤੋਂ ਸਾਨੂੰ ਚੰਦਰਗੁਪਤ ਦੂਜੇ ਦੀਆਂ ਸਫਲਤਾਵਾਂ ਅਤੇ ਚਰਿੱਤਰ ਦਾ ਵੀ ਪਤਾ ਲੱਗਦਾ ਹੈ। ਚੰਦਰਗੁਪਤ ਭਗਵਾਨ ਵਿਸ਼ਨੂੰ ਦਾ ਭਗਤ ਸੀ, ਪਰੰਤੂ ਉਹ ਬਾਕੀ ਸਾਰੇ ਧਰਮਾਂ ਦਾ ਆਦਰ ਅਤੇ ਸਤਿਕਾਰ ਕਰਦਾ ਸੀ। ਚੰਦਰਗੁਪਤ ਨੇ ਵਿਕਰਮਦਿੱਤਿਆ ਦੀ ਉਪਾਧੀ ਧਾਰਨ ਕੀਤੀ। ਦੋਸਤੋ, ਵਿਕਰਮਦਿੱਤਿਆ ਦਾ ਅਰਥ ਹੈ ਵੀਰਤਾ ਦਾ ਸੂਰਜ। ਚੀਨੀ ਬੋਧੀ ਯਾਤਰੀ ਫਈਯਾਨ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ ਸੀ। ਚੰਦਰਗੁਪਤ ਦੂਜੇ ਦਾ ਉੱਤਰਾਧਿਕਾਰੀ ਕੁਮਾਰਗੁਪਤ ਪਹਿਲਾ, ਜਿਸ ਨੂੰ ਕਿ ਗੋਬਿੰਦ ਗੁਪਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹ ਰਾਜਗੱਦੀ ਤੇ ਬੈਠਿਆ। ਉਸਨੇ 415 ਈਸਵੀ ਤੋਂ 454 ਈਸਵੀ ਤੱਕ ਰਾਜ ਕੀਤਾ। ਨਾਲੰਦਾ ਯੂਨੀਵਰਸਿਟੀ, ਜੋ ਕਿ ਹਿਸਟਰੀ ਦੇ ਵਿੱਚ ਜਾਂ ਪ੍ਰਾਚੀਨ ਕਾਲ ਦੇ ਵਿੱਚ ਕਹਿ ਦਈਏ ਆਪਾਂ ਬਹੁਤ ਫੇਮਸ ਯੂਨੀਵਰਸਿਟੀ ਮੰਨੀ ਜਾਂਦੀ ਹੈ। ਤੁਸੀਂ ਅਕਸਰ ਇਸ ਯੂਨੀਵਰਸਿਟੀ ਬਾਰੇ ਸੁਣਿਆ ਹੋਵੇਗਾ। ਇਸ ਦੀ ਸਥਾਪਨਾ ਕੁਮਾਰਗੁਪਤ ਪਹਿਲੇ ਨੇ ਕੀਤੀ। ਦੋਸਤੋ, ਇਹ ਇੱਕ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਕਿ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ। ਉਹ ਹੈ ਕੁਮਾਰਗੁਪਤ ਨੇ। ਤੁਸੀਂ ਇਹ ਚੀਜ਼ਾਂ ਜਿਹੜੀਆਂ ਮੈਂ ਅਲੱਗ ਤੋਂ ਦੱਸ ਰਿਹਾ ਹਾਂ, ਇਹਨਾਂ ਨੂੰ ਪਲੀਜ਼ ਕਿਸੇ ਚੀਜ਼ 'ਤੇ ਨੋਟ ਕਰ ਲਿਆ ਕਰੋ। ਕੁਮਾਰਗੁਪਤ ਦਾ ਉੱਤਰਾਧਿਕਾਰੀ ਉਸ ਦਾ ਪੁੱਤਰ ਸਕੰਦਗੁਪਤ ਸੀ, ਜਿਸ ਨੇ 454 ਈਸਵੀ ਤੋਂ 467 ਈਸਵੀ ਤੱਕ ਰਾਜ ਕੀਤਾ ਸੀ। ਸਕੰਦਗੁਪਤ ਦੇ ਸਮੇਂ ਹੀ ਹੂਣਾ ਦੇ ਹਮਲੇ ਸ਼ੁਰੂ ਹੋ ਗਏ ਸਨ। ਸਕੰਦਗੁਪਤ ਨੇ ਹੂਣਾ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ। ਪੁਸ਼ਵਾਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਸਕੰਦਗੁਪਤ ਨੇ ਹਰਾਇਆ ਸੀ। ਸਕੰਦਗੁਪਤ ਦੀ ਮੌਤ ਤੋਂ ਬਾਅਦ ਕੋਈ ਵੀ ਸ਼ਕਤੀਸ਼ਾਲੀ ਸ਼ਾਸਕ ਨਹੀਂ ਬਣ ਸਕਿਆ ਜੋ ਗੁਪਤ ਸਮਰਾਜ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖ ਸਕੇ। ਇਸ ਸਮੇਂ ਬਹੁਤ ਸਾਰੇ ਰਾਜੇ ਆਜ਼ਾਦ ਹੋ ਗਏ ਸਨ ਅਤੇ ਵਿਦੇਸ਼ੀ ਹਮਲਾਵਰ ਹੂਣਾ ਦੇ ਹਮਲਿਆਂ ਨਾਲ 550 ਈਸਵੀ ਦੇ ਲਗਭਗ ਗੁਪਤ ਵੰਸ਼ ਦਾ ਅੰਤ ਹੋ ਗਿਆ ਸੀ। ਵਿਸ਼ਨੂਗੁਪਤ ਇਸ ਵੰਸ਼ ਦਾ ਅੰਤਮ ਸ਼ਾਸਕ ਸੀ। ਹੁਣ ਅਸੀਂ ਗੁਪਤ ਸਮਰਾਜ ਦੇ ਰਾਜ ਪ੍ਰਬੰਧ ਬਾਰੇ ਪੜ੍ਹਾਂਗੇ। ਗੁਪਤ ਸਮਰਾਜ ਵਿੱਚ ਸਭ ਤੋਂ ਉੱਚਾ ਅਹੁਦਾ ਰਾਜੇ ਦਾ ਹੁੰਦਾ ਸੀ। ਸਮਰਾਜ ਨੂੰ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਭੁਗਤੀ ਕਹਿੰਦੇ ਸਨ। ਜਿਵੇਂ ਕਿ ਹੁਣ ਇੰਡੀਆ ਅਲੱਗ-ਅਲੱਗ ਸਟੇਟਸ ਦੇ ਵਿੱਚ ਵੰਡਿਆ ਗਿਆ ਹੈ, ਉਸੇ ਤਰ੍ਹਾਂ ਉਸ ਸਮੇਂ ਵੀ ਜਿਹੜੇ ਸੂਬੇ ਹੁੰਦੇ ਸਨ ਉਹਨਾਂ ਨੂੰ, ਜਾਂ ਸਟੇਟਸ ਹੁੰਦੇ ਸਨ, ਉਹਨਾਂ ਨੂੰ ਭੁਗਤੀ ਕਹਿੰਦੇ ਸਨ। ਇਹਨਾਂ ਦਾ ਸ਼ਾਸਨ ਪ੍ਰਬੰਧ ਗਵਰਨਰ ਕਰਦੇ ਸਨ, ਜਿਨ੍ਹਾਂ ਨੂੰ ਉਪਰਿਕ ਮਹਾਰਾਜ ਕਹਿੰਦੇ ਸਨ। ਜ਼ਿਲ੍ਹਿਆਂ ਨੂੰ ਵਿਸ਼ੇ ਕਿਹਾ ਜਾਂਦਾ ਸੀ। ਉਹਨਾਂ ਤੋਂ ਹੇਠਾਂ ਜ਼ਿਲ੍ਹਿਆਂ ਤੋਂ ਹੇਠਾਂ ਸ਼ਹਿਰ ਅਤੇ ਪਿੰਡ ਸਨ। ਸਮਰਾਜ ਦੀ ਰਾਜਧਾਨੀ ਪਾਟਲੀਪੁੱਤਰ, ਪਟਨਾ, ਜੋ ਕਿ ਆਧੁਨਿਕ ਬਿਹਾਰ ਦੇ ਵਿੱਚ ਸਥਿਤ ਹੈ, ਉਹ ਸੀ। ਵੱਡੇ ਅਧਿਕਾਰੀਆਂ ਨੂੰ ਕੁਮਾਰ ਮਾਤਿਆ ਕਿਹਾ ਜਾਂਦਾ ਸੀ। ਇਹ ਅਧਿਕਾਰੀ ਅੱਜ ਕੱਲ੍ਹ ਦੇ IAS ਅਫਸਰਾਂ ਦੀ ਤਰ੍ਹਾਂ ਹੁੰਦੇ ਸਨ। ਸੰਧੀ ਵਿਰਗ ਇਹ ਜੰਗ ਅਮਨ ਵਜ਼ੀਰ ਆਦਿ ਅਧਿਕਾਰੀ ਨੂੰ ਕਹਿੰਦੇ ਸਨ। ਮਹਾਦੰਡ ਨਾਇਕ ਪੁਲਿਸ ਇਨਸਾਫ ਮੰਤਰੀ ਨੂੰ ਕਹਿੰਦੇ ਸਨ। ਗੁਪਤ ਸ਼ਾਸਕ ਵੈਸ਼ਨਵ ਧਰਮ ਦੇ ਅਨੁਯਾਈ ਸਨ। ਦੋਸਤੋ, ਉਹਨਾਂ ਨੇ ਵੈਸ਼ਨਵ ਧਰਮ ਨੂੰ ਰਾਜ ਧਰਮ ਬਣਾਇਆ ਹੋਇਆ ਸੀ। ਜਿਹੜਾ ਗੁਪਤ ਸਮਰਾਜ ਦਾ ਰਾਜ ਧਰਮ ਸੀ ਉਹ ਵੈਸ਼ਨਵ ਧਰਮ ਸੀ ਅਤੇ ਵਿਸ਼ਨੂੰ ਦਾ ਵਾਹਨ ਗਰੁੜ ਪੰਛੀ ਜਿਹੜਾ ਉਹ ਗੁਪਤ ਸਮਰਾਜ ਦਾ ਰਾਜ ਚਿੰਨ੍ਹ ਸੀ। ਹੁਣ ਅਸੀਂ ਗੁਪਤ ਸਮਰਾਜ ਦੇ ਸਮਾਜ ਬਾਰੇ ਗੱਲ ਕਰਾਂਗੇ। ਇਸ ਕਾਲ ਦੇ ਲੋਕ ਬਹੁਤ ਖੁਸ਼ਹਾਲ ਅਤੇ ਸੁਖੀ ਸਨ। ਚੀਨੀ ਯਾਤਰੀ ਫਈਜ਼ਾਨ, ਜੋ ਕਿ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ, ਉਹ ਆਖਦਾ ਹੈ ਕਿ ਲੋਕ ਸੁਖੀ ਅਤੇ ਇਮਾਨਦਾਰ ਸਨ। ਅਪਰਾਧ ਅਤੇ ਚੋਰੀ ਨਹੀਂ ਹੁੰਦੀ ਸੀ। ਲੋਕ ਘਰਾਂ ਤੋਂ ਬਾਹਰ ਜਾਣ ਲੱਗੇ ਆਪਣੇ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ ਸਨ, ਕਿਉਂਕਿ ਉਹਨਾਂ ਦੇ ਵਿੱਚ ਇਮਾਨਦਾਰੀ ਬਹੁਤ ਜ਼ਿਆਦਾ ਹੁੰਦੀ ਸੀ। ਟੈਕਸ ਜਾਂ ਕਰ ਬਹੁਤ ਘੱਟ ਲਗਾਏ ਜਾਂਦੇ ਸਨ। ਇਸ ਸਮੇਂ ਜਿਹੜੀ ਜਾਤ ਪ੍ਰਥਾ ਸੀ ਜਾਂ ਜਾਤੀ ਪ੍ਰਥਾ ਸੀ ਉਹ ਕਾਫੀ ਕਠੋਰ ਸੀ। ਦੋਸਤੋ, ਸਾਡੇ ਇਤਿਹਾਸ ਦੇ ਵਿੱਚ ਜਿਹੜਾ ਕਿ ਸਤੀ ਪ੍ਰਥਾ ਚੱਲੀ ਆ ਰਹੀ ਸੀ ਕਾਫੀ ਟਾਈਮ ਤੋਂ, ਉਸ ਦਾ ਜਿਹੜਾ ਪਹਿਲਾ ਸਬੂਤ ਆ ਉਹ 510 ਈਸਵੀ ਵਿੱਚ ਭਾਨੂਗੁਪਤ ਦੁਆਰਾ ਬਣਾਏ ਇੱਕ ਅਭਿਲੇਖ ਦੇ ਮਿਲਦਾ ਹੈ, ਜਿਸ ਦਾ ਨਾਮ ਕਿ ਏਰਣ ਅਭਿਲੇਖ ਹੈ। ਗੁਪਤ ਕਾਲ ਵਿੱਚ ਵੇਸ਼ਵਾਵਿਰਤੀ ਦੀ ਪ੍ਰਥਾ ਵੀ ਪ੍ਰਚਲਿਤ ਸੀ। ਵੇਸ਼ਵਾਵਿਰਤੀ ਕਰਨ ਵਾਲੀਆਂ ਔਰਤਾਂ ਨੂੰ ਗਣਿਕਾ ਕਿਹਾ ਜਾਂਦਾ ਸੀ। ਹੁਣ ਅਸੀਂ ਗੁਪਤ ਸਮਰਾਜ ਦੇ ਆਰਥਿਕ ਜੀਵਨ ਬਾਰੇ ਪੜ੍ਹਾਂਗੇ। ਆਮ ਵਰਤੋਂ ਦੀਆਂ ਚੀਜ਼ਾਂ ਇਸ ਸਮੇਂ ਬਹੁਤ ਸਸਤੀਆਂ ਹੁੰਦੀਆਂ ਸਨ। ਇਹਨਾਂ ਨੂੰ ਖਰੀਦਣ ਲਈ ਆਦਮੀ ਕੌਡੀਆਂ ਜਾਂ ਤਾਂਬੇ ਦੇ ਸਿੱਕਿਆਂ ਦੀ ਵਰਤੋਂ ਕਰਦੇ ਸਨ, ਪਰ ਇਸ ਸਮੇਂ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਪ੍ਰਚਲਿਤ ਸਨ, ਜਿਨ੍ਹਾਂ ਨੂੰ ਦਿਨਾਰ ਕਿਹਾ ਜਾਂਦਾ ਹੈ। ਦੋਸਤੋ, ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਕਿ ਸੋਨੇ ਦੇ ਸਿੱਕਿਆਂ ਨੂੰ ਗੁਪਤ ਸਮਰਾਜ ਦੇ ਸਮੇਂ ਕੀ ਕਿਹਾ ਜਾਂਦਾ ਸੀ। ਦੋਸਤੋ, ਇਸ ਦਾ ਉੱਤਰ ਹੈ ਦਿਨਾਰ ਕਹਿੰਦੇ ਸਨ ਸੋਨੇ ਦੇ ਸਿੱਕਿਆਂ ਨੂੰ। ਗੁਪਤ ਸਮਰਾਜ ਦਾ ਵਪਾਰ ਮਿਆਂਮਾਰ, ਜੋ ਕਿ ਆਧੁਨਿਕ ਬਰਮਾ, ਥਾਈਲੈਂਡ, ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ ਤੋਂ ਇਲਾਵਾ ਚੀਨ, ਮੱਧ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਨਾਲ ਵੀ ਕੀਤਾ ਜਾਂਦਾ ਸੀ। ਇਸ ਸਮੇਂ ਵਪਾਰ ਕਾਫੀ ਪ੍ਰਚਲਿਤ ਸੀ।
ਮੁੱਖ ਕਿੱਤਾ ਇਸ ਸਮੇਂ ਖੇਤੀਬਾੜੀ ਦਾ ਸੀ। ਭੂਮੀਕਰ ਕੁੱਲ ਉਤਪਾਦਨ ਦਾ 1/4 ਤੋਂ 1/6 ਹਿੱਸਾ ਲਿਆ ਜਾਂਦਾ ਸੀ। ਆਰਥਿਕ ਉਪਯੋਗਤਾ ਦੇ ਜਾਂ ਵਰਤੋਂ ਦੇ ਆਧਾਰ ਤੇ ਭੂਮੀ ਨੂੰ 5 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਪਹਿਲੇ ਨੰਬਰ ਤੇ ਹੈ ਖੇਤਰ, ਜੋ ਖੇਤੀਯੋਗ ਭੂਮੀ ਹੁੰਦੀ ਸੀ ਉਸ ਨੂੰ ਖੇਤਰ ਕਹਿੰਦੇ ਸਨ। ਨੰਬਰ 2 ਤੇ ਹੈ ਵਸਤੂ, ਘਰ ਬਣਾਉਣ ਯੋਗ ਜਾਂ ਰਹਿਣ ਯੋਗ ਭੂਮੀ ਨੂੰ ਵਸਤੂ ਕਿਹਾ ਜਾਂਦਾ ਸੀ। ਨੰਬਰ 3 ਤੇ ਹੈ ਖਿੱਲ, ਜੋ ਵਾਹੁਣ ਯੋਗ ਜਾਂ ਜੋਤਣ ਯੋਗ ਭੂਮੀ ਨਾ ਹੋਵੇ ਉਸ ਨੂੰ ਖਿੱਲ ਭੂਮੀ ਕਿਹਾ ਜਾਂਦਾ ਸੀ। ਨੰਬਰ 4 ਤੇ ਹੈ ਅਪਰਹਰਤ ਭੂਮੀ, ਜਿਹੜੀ ਜੰਗਲੀ ਭੂਮੀ ਹੁੰਦੀ ਸੀ ਉਸ ਨੂੰ ਅਪਰਹਰਤ ਕਹਿੰਦੇ ਸਨ। ਨੰਬਰ 5 ਤੇ ਹੈ ਚਾਰਗਾਹ ਭੂਮੀ, ਜਿਹੜੀ ਪਸ਼ੂਆਂ ਨੂੰ ਚਾਰੇ ਲਈ ਜਾਂ ਚਰਾਉਣ ਯੋਗ ਭੂਮੀ ਹੁੰਦੀ ਸੀ ਉਸ ਨੂੰ ਚਾਰਗਾਹ ਭੂਮੀ ਕਿਹਾ ਜਾਂਦਾ ਸੀ। ਸੇਠਾਂ, ਬੈਂਕਰ, ਵਪਾਰੀਆਂ ਅਤੇ ਉਤਪਾਦਕਾਂ ਦੇ ਆਪਣੇ ਸੰਘ ਹੁੰਦੇ ਸਨ, ਜਿਨ੍ਹਾਂ ਨੂੰ ਸ਼੍ਰੇਣੀ ਜਾਂ ਨਿਗਮ ਕਿਹਾ ਜਾਂਦਾ ਸੀ। ਦੋਸਤੋ, ਜਿਵੇਂ ਕਿ ਹੁਣ ਆਧੁਨਿਕ ਸੰਸਥਾ ਬਣਾਈਆਂ ਹੋਈਆਂ ਜਾਂ ਕਮੇਟੀਆਂ ਬਣਾਈਆਂ ਹੋਈਆਂ ਨੇ, ਉਸ ਸਮੇਂ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਸੰਘ ਹੁੰਦੇ ਸਨ, ਜਿਨ੍ਹਾਂ ਨੂੰ ਸ਼੍ਰੇਣੀ ਜਾਂ ਨਿਗਮ ਕਹਿੰਦੇ ਸਨ। ਇਹ ਵਪਾਰੀਆਂ ਦੀਆਂ ਹੁੰਦੀਆਂ ਸਨ, ਉਤਪਾਦਕਾਂ ਦੀਆਂ ਹੁੰਦੀਆਂ ਸਨ ਅਤੇ ਸੇਠਾਂ ਦੀਆਂ ਹੁੰਦੀਆਂ ਸਨ। ਗੁਪਤ ਕਾਲ ਸਮੇਂ ਕਲਾ ਅਤੇ ਸਾਹਿਤ। ਚੰਦਰਗੁਪਤ ਦੂਜੇ ਦੇ ਸ਼ਾਸਨ ਕਾਲ ਵਿੱਚ ਸੰਸਕ੍ਰਿਤੀ ਭਾਸ਼ਾ ਦਾ ਸਭ ਤੋਂ ਪ੍ਰਸਿੱਧ ਕਵੀ ਕਾਲੀਦਾਸ ਸੀ। ਉਸਨੇ ਸ਼ਕੁੰਤਲਾ ਨਾਟਕ ਅਤੇ ਕਾਵਿ ਮੇਘਦੂਤ ਦੀ ਰਚਨਾ ਕੀਤੀ, ਜੋ ਕਿ ਬਹੁਤ ਪ੍ਰਸਿੱਧ ਰਚਨਾਵਾਂ ਹਨ। ਦੋਸਤੋ, ਕਾਲੀਦਾਸ ਬਾਰੇ ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲਏ ਜਾਂਦੇ ਹਨ, ਸੋ ਤੁਸੀਂ ਇਹ ਉਸ ਦੀਆਂ ਰਚਨਾਵਾਂ ਨੇ ਜੋ ਉਹਨਾਂ ਨੂੰ ਨੋਟ ਕਰ ਲਵੋ। ਗੁਪਤ ਕਾਲ ਵਿੱਚ ਵਿਸ਼ਨੂੰ ਸ਼ਰਮਾ ਦੁਆਰਾ ਲਿਖਿਆ ਪੰਚਤੰਤਰ ਸੰਸਕ੍ਰਿਤੀ ਭਾਸ਼ਾ ਵਿੱਚ ਲਿਖਿਆ ਗਿਆ। ਉਸ ਨੂੰ ਸੰਸਾਰ ਦਾ ਸਭ ਤੋਂ ਵੱਧ ਪ੍ਰਚਲਿਤ ਗ੍ਰੰਥ ਮੰਨਿਆ ਜਾਂਦਾ ਹੈ। ਬਾਈਬਲ ਤੋਂ ਬਾਅਦ ਇਸ ਦਾ ਦੂਸਰਾ ਸਥਾਨ ਆਉਂਦਾ ਹੈ। ਜੋ ਪੁਰਾਣ ਗ੍ਰੰਥ ਹਨ ਉਹਨਾਂ ਦੀ ਵਰਤਮਾਨ ਰੂਪ ਦੀ ਰਚਨਾ ਇਸੇ ਕਾਲ ਵਿੱਚ ਹੋਈ। ਇਸ ਵਿੱਚ ਇਤਿਹਾਸਕ ਪਰੰਪਰਾਵਾਂ ਦਾ ਉਲੇਖ ਹੈ। ਅਮਰ ਸਿੰਘ, ਸੂਦਰਕ, ਦੰਡਨ ਆਦਿ ਇਸ ਕਾਲ ਦੇ ਪ੍ਰਸਿੱਧ ਵਿਦਵਾਨ ਸਨ। ਫਈ ਜਾਨ ਨੇ ਫੋ ਕੋਕੀ ਨਾਮ ਦੀ ਕਿਤਾਬ ਲਿਖੀ। ਭਾਸ ਇੱਕ ਨਾਟਕਕਾਰ ਸੀ, ਉਸ ਦੁਆਰਾ 13 ਨਾਟਕ ਲਿਖੇ, ਉਹ ਵੀ ਇਸੇ ਕਾਲ ਵਿੱਚ ਸਨ। ਸੂਦਰਕ ਦਾ ਮਿਰਸ਼ਕਿੰਟਮ ਨਾਟਕ ਜਾਂ ਮਿੱਟੀ ਦੀ ਖਿਡੌਣਾ ਗੱਡੀ ਨਾਟਕ ਇਸੇ ਕਾਲ ਵਿੱਚ ਲਿਖਿਆ ਗਿਆ। ਪ੍ਰਾਚੀਨ ਨਾਟਕਾਂ ਵਿੱਚੋਂ ਇਹ ਨਾਟਕ ਸਭ ਤੋਂ ਪ੍ਰਸਿੱਧ ਹੈ। ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਸੀ। ਇੱਥੇ ਬੁੱਧ, ਜੈਨ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਬਹੁਤ ਸੁੰਦਰ ਮੂਰਤੀਆਂ ਬਣਵਾਈਆਂ ਗਈਆਂ। ਵਾਰਾਣਸੀ ਦੇ ਕੋਲ ਸਾਰਾਨਾਥ ਵੀ ਮੂਰਤੀਆਂ ਲਈ ਬਹੁਤ ਪ੍ਰਸਿੱਧ ਸਥਾਨ ਮੰਨਿਆ ਜਾਂਦਾ ਸੀ। ਬਹੁਤ ਸਾਰੇ ਸੁੰਦਰ ਮੰਦਰ ਵੀ ਬਣਾਏ ਗਏ। ਦੋਸਤੋ, ਇੱਥੇ ਇੱਕ ਗੱਲ ਤੁਸੀਂ ਨੋਟ ਕਰ ਲਵੋ ਕਿ ਮੰਦਰਾਂ ਦੀ ਜਿਹੜੀ ਸ਼ੁਰੂਆਤ ਸੀ, ਮੰਦਰ ਨਿਰਮਾਣ ਦਾ ਜਿਹੜਾ ਸਮਾਂ ਸੀ, ਉਹ ਗੁਪਤ ਸਮਰਾਜ ਤੋਂ ਹੀ ਸ਼ੁਰੂ ਹੋਇਆ। ਮੱਧ ਪ੍ਰਦੇਸ਼ ਵਿੱਚ ਦੇਵਗੜ੍ਹ ਅਤੇ ਕਾਨਪੁਰ ਦੇ ਨੇੜੇ ਭੀਤਰੀ ਪਿੰਡ ਦੇ ਮੰਦਰ ਬਹੁਤ ਪ੍ਰਸਿੱਧ ਹਨ। ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਅਜੰਤਾ ਦੀਆਂ 29 ਗੁਫਾਵਾਂ ਵਿੱਚੋਂ 16ਵੀਂ ਅਤੇ 17ਵੀਂ ਗੁਫਾਵਾਂ ਵੀ ਗੁਪਤ ਕਾਲ ਦੇ ਸਮੇਂ ਦੀਆਂ ਹਨ। 17ਵੀਂ ਗੁਫਾ ਨੂੰ ਚਿੱਤਰਸ਼ਾਲਾ ਕਿਹਾ ਜਾਂਦਾ ਹੈ। ਇਸ ਚਿੱਤਰਸ਼ਾਲਾ ਵਿੱਚ ਬੁੱਧ ਦੇ ਜਨਮ, ਜੀਵਨ, ਮਹਾਨਿਸ਼ਕਰਮਣ ਅਤੇ ਮਹਾਪਰਿਨਿਰਵਾਣ ਦੀਆਂ ਘਟਨਾਵਾਂ ਨੂੰ ਚਿੱਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹਨਾਂ ਗੁਫਾਵਾਂ ਨੂੰ ਬੋਧੀ ਭਿਕਸ਼ੂਆਂ ਦੇ ਰਹਿਣ ਲਈ ਅਤੇ ਪੂਜਾ ਕਰਨ ਲਈ ਬਣਵਾਇਆ ਗਿਆ ਸੀ। ਗੁਪਤ ਕਾਲ ਵਿੱਚ ਸਾਂਚੀ ਦੇ ਸਤੂਪ ਦਾ ਪੁਨਰ ਨਿਰਮਾਣ ਕੀਤਾ ਗਿਆ ਸੀ। ਗੁਪਤ ਸ਼ਾਸਕਾਂ ਦੀ ਜਿਹੜੀ ਰਾਜ ਭਾਸ਼ਾ ਸੀ ਉਹ ਸੰਸਕ੍ਰਿਤੀ ਭਾਸ਼ਾ ਸੀ। ਵਿਗਿਆਨ ਅਤੇ ਤਕਨੀਕੀ। ਪ੍ਰਸਿੱਧ ਵਿਗਿਆਨੀ ਆਰੀਆਭੱਟ ਨੇ ਆਪਣੀ ਪੁਸਤਕ ਆਰੀਆਭੱਟਮ ਦੀ ਰਚਨਾ ਕੀਤੀ। ਆਰੀਆਭੱਟ ਨੇ ਗੁਪਤ ਸਮਰਾਜ ਦੇ ਸਮੇਂ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਅਤੇ ਚੰਦਰਮਾ ਅਤੇ ਸੂਰਜ ਗ੍ਰਹਿਣ ਕਿਸ ਪ੍ਰਕਾਰ ਲੱਗਦੇ ਹਨ। ਹਿਸਾਬ ਦੇ ਵਿੱਚ ਦਸ਼ਮਲਵ ਦੀ ਵਰਤੋਂ ਦਾ ਇਸ ਸਮੇਂ ਗਿਆਨ ਸੀ। ਦੋਸਤੋ, ਅਸੀਂ ਜੋ ਡੈਸੀਮਲ ਦੀ ਅੱਜ ਕੱਲ੍ਹ ਵਰਤੋਂ ਕਰਦੇ ਹਾਂ ਉਹ ਇਸ ਗੁਪਤ ਸਮਰਾਜ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਇਸ ਕਾਲ ਵਿੱਚ ਗਣਿਤ, ਖਗੋਲ ਸ਼ਾਸਤਰ ਅਤੇ ਵਿਗਿਆਨ ਦੇ ਵਿਸ਼ਿਆਂ ਉੱਤੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਸਨ। ਮਹਿਰੌਲੀ, ਦਿੱਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਲੱਗਿਆ ਹੋਇਆ ਇੱਕ ਲੋਹੇ ਦਾ ਵਿਸ਼ਾਲ ਸਤੰਭ ਇਸੇ ਕਾਲ ਵਿੱਚ ਬਣਵਾਇਆ ਗਿਆ ਸੀ। ਇਹ ਸਤੰਭ 23 ਫੁੱਟ ਉੱਚਾ ਹੈ ਅਤੇ 7.5 ਟਨ ਵਜ਼ਨ ਦਾ ਹੈ। ਦੋਸਤੋ, ਲੋਹੇ ਦੇ ਇਸ ਸਤੰਭ ਉੱਤੇ ਅੱਜ 1600 ਸਾਲ ਬਾਅਦ ਵੀ ਜੰਗ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਮਤਲਬ ਉਸ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜੰਗਾਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੋਈ। ਇਸੇ ਤਰ੍ਹਾਂ ਬਿਹਾਰ ਦੇ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਇੱਕ ਕਾਂਸੇ ਦੀ ਮੂਰਤੀ ਮਿਲੀ ਹੈ। ਗੁਪਤ ਕਾਲ ਦੀ ਬਣੀ ਹੋਈ ਇਹ ਮੂਰਤੀ 7.5 ਫੁੱਟ ਉੱਚੀ ਹੈ। ਮੂਰਤੀ ਅੱਜ ਕੱਲ੍ਹ ਇੰਗਲੈਂਡ ਦੇ ਬਰਮਿੰਘਮ ਅਜਾਇਬ ਘਰ ਵਿੱਚ ਰੱਖੀ ਹੋਈ ਹੈ। ਗੁਪਤ ਕਾਲ ਵਿੱਚ ਹਰੇਕ ਖੇਤਰ ਵਿੱਚ ਬਹੁਤ ਜ਼ਿਆਦਾ ਉੱਨਤੀ ਹੋਈ। ਇਹਨਾਂ ਕਾਰਨਾਂ ਕਰਕੇ ਹੀ ਇਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਦੋਸਤੋ, ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਹੋਵੇਗੀ। ਦੋਸਤੋ, ਮੈਂ ਮਾफ़ੀ ਚਾਹੁੰਦਾ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸ਼ਬਦ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮੇਰੇ ਬੋਲਣ ਦੇ ਵਿੱਚ
ਕੋਈ ਪ੍ਰੋਬਲਮ ਲੱਗੀ ਹੋਵੇ ਤਾਂ ਉਸ ਲਈ ਮਾਫੀ ਚਾਹੁੰਦਾ ਹਾਂ, ਕਿਉਂਕਿ ਹਜੇ ਸ਼ੁਰੂਆਤ ਕੀਤੀ ਹੈ। ਦੋਸਤੋ, ਸਾਨੂੰ ਮੋਟੀਵੇਟ ਕਰਨ ਲਈ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਾਨੂੰ ਕਮੈਂਟ ਕਰਕੇ ਥੋੜ੍ਹੇ ਜਿਹੇ ਸੁਝਾਅ ਵੀ ਦੇ ਦਿਆ ਕਰੋ, ਤਾਂ ਜੋ ਅਸੀਂ ਮੋਟੀਵੇਟ ਹੋ ਕੇ ਤੁਹਾਡੇ ਲਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰੀਏ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਵਿਗਿਆਨ ਅਤੇ ਤਕਨੀਕੀ। ਪ੍ਰਸਿੱਧ ਵਿਗਿਆਨੀ ਆਰੀਆ ਭੱਟ ਨੇ ਆਪਣੀ ਪੁਸਤਕ ਆਰੀਆ ਭੱਟਮ ਦੀ ਰਚਨਾ ਕੀਤੀ। ਇਸ ਕਿਤਾਬ ਵਿੱਚ ਉਸਨੇ ਇਹ ਦੱਸਿਆ ਕਿ ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਅਤੇ ਸੂਰਜ ਅਤੇ ਚੰਦਰਮਾ ਗ੍ਰਹਿਣ ਕਿਸ ਪ੍ਰਕਾਰ ਲੱਗਦੇ ਹਨ। ਦੋਸਤੋ, ਆਰੀਆ ਭੱਟ ਨੇ ਗੁਪਤ ਸਮਰਾਜ ਦੇ ਸਮੇਂ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਅਤੇ ਚੰਦਰਮਾ ਅਤੇ ਸੂਰਜ ਗ੍ਰਹਿਣ ਕਿਸ ਪ੍ਰਕਾਰ ਲੱਗਦੇ ਹਨ। ਹਿਸਾਬ ਵਿੱਚ ਦਸ਼ਮਲਵ ਹਿਸਾਬ ਦੇ ਵਿੱਚ ਦਸ਼ਮਲਵ ਦੀ ਵਰਤੋਂ ਦਾ ਇਸ ਸਮੇਂ ਗਿਆਨ ਸੀ। ਦੋਸਤੋ, ਅਸੀਂ ਜੋ ਡੈਸੀਮਲ ਦੀ ਅੱਜ ਕੱਲ੍ਹ ਵਰਤੋਂ ਕਰਦੇ ਹਾਂ, ਉਹ ਇਸ ਗੁਪਤ ਸਮਰਾਜ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਇਸ ਕਾਲ ਵਿੱਚ ਗਣਿਤ, ਖਗੋਲ ਸ਼ਾਸਤਰ ਅਤੇ ਵਿਗਿਆਨ ਦੇ ਵਿਸ਼ਿਆਂ ਉੱਤੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਸਨ। ਮਹਿਰੌਲੀ, ਦਿੱਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਲੱਗਿਆ ਹੋਇਆ ਇੱਕ ਲੋਹੇ ਦਾ ਵਿਸ਼ਾਲ ਸਤੰਭ ਇਸੇ ਕਾਲ ਵਿੱਚ ਬਣਵਾਇਆ ਗਿਆ ਸੀ। ਇਹ ਸਤੰਭ 23 ਫੁੱਟ ਉੱਚਾ ਹੈ ਅਤੇ 7.5 ਟਨ ਵਜ਼ਨ ਦਾ ਹੈ। ਦੋਸਤੋ, ਲੋਹੇ ਦੇ ਇਸ ਸਤੰਭ ਉੱਤੇ ਅੱਜ 1600 ਸਾਲ ਬਾਅਦ ਵੀ ਜੰਗ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਮਤਲਬ ਉਸ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜੰਗਾਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੋਈ। ਇਸੇ ਤਰ੍ਹਾਂ ਬਿਹਾਰ ਦੇ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਇੱਕ ਕਾਂਸੇ ਦੀ ਮੂਰਤੀ ਮਿਲੀ ਹੈ। ਗੁਪਤ ਕਾਲ ਦੀ ਬਣੀ ਹੋਈ ਇਹ ਮੂਰਤੀ 7.5 ਫੁੱਟ ਉੱਚੀ ਹੈ। ਮੂਰਤੀ ਅੱਜ ਕੱਲ੍ਹ ਇੰਗਲੈਂਡ ਦੇ ਬਰਮਿੰਘਮ ਅਜਾਇਬ ਘਰ ਵਿੱਚ ਰੱਖੀ ਹੋਈ ਹੈ। ਗੁਪਤ ਕਾਲ ਵਿੱਚ ਹਰੇਕ ਖੇਤਰ ਵਿੱਚ ਬਹੁਤ ਜ਼ਿਆਦਾ ਉੱਨਤੀ ਹੋਈ। ਇਹਨਾਂ ਕਾਰਨਾਂ ਕਰਕੇ ਹੀ ਇਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਦੋਸਤੋ, ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਹੋਵੇਗੀ। ਦੋਸਤੋ, ਮੈਂ ਮਾफ़ੀ ਚਾਹੁੰਦਾ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸ਼ਬਦ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮੇਰੇ ਬੋਲਣ ਦੇ ਵਿੱਚ ਕੋਈ ਪ੍ਰੋਬਲਮ ਲੱਗੀ ਹੋਵੇ ਤਾਂ ਉਸ ਲਈ ਮਾफ़ੀ ਚਾਹੁੰਦਾ ਹਾਂ, ਕਿਉਂਕਿ ਹਜੇ ਸ਼ੁਰੂਆਤ ਕੀਤੀ ਹੈ। ਹੌਲੀ ਹੌਲੀ ਸਿੱਖ ਜਾਵਾਂਗੇ। ਦੋਸਤੋ, ਸਾਨੂੰ ਮੋਟੀਵੇਟ ਕਰਨ ਲਈ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਾਨੂੰ ਕਮੈਂਟ ਕਰਕੇ ਥੋੜ੍ਹੇ ਜਿਹੇ ਸੁਝਾਅ ਵੀ ਦੇ ਦਿਆ ਕਰੋ, ਤਾਂ ਜੋ ਅਸੀਂ ਮੋਟੀਵੇਟ ਹੋ ਕੇ ਤੁਹਾਡੇ ਲਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰੀਏ। ਚਲੋ ਦੋਸਤੋ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੈ ਹਿੰਦ।